ਤੁਹਾਡੀ ਜ਼ਿਹਨ ਸਾਜ਼ੀ ਕਰਨ ਵਾਲੇ ਕੋਈ ਹੋਰ सर ਅਸੀਂ ਕੀ ਬਣਾਇਆ ਹੈ ਨਾਰਮਲ ਇਨਸਾਨ ਤੋਂ ਇਹ ਤੋਕੋ ਨਹੀਂ ਕੀਤੀ ਜਾ ਸਕਦੀ ਕਿ ਉਹ ਇਮਰਾਨ ਜੈਸੇ ਬੰਦੇ ਨੂੰ ਇਤਨੀ ਹਾਈਪ ਤੇ ਇਹ ਕਿਸ ਤਰੀਕੇ ਨਾਲ ਦਿੱਤੀ ਗਈ ਹੈ, ਕਿਸ ਤਰੀਕੇ ਨਾਲ ਬਣਾਈ ਗਈ ਹੈ, ਕਿਵੇਂ ਉਹਨੂੰ ਮੈਂ ਨੌਜ਼ੁबिल्ला मैं ਕਹਾਂਗਾ कि पैगंबरे सानी ਨੂੰ ਬਣਾ ਦਿੱਤਾ ਗਿਆ और ਉਹ ਬੰਦਾ ਜਿਹੜਾ प्ले बॉय पूरी दुनिया ਦੇ ਵਿੱਚ ਨੂਨ ਹੈ ਉਸ ਬੰਦੇ ਨੂੰ रियासत मदीना और ਉਹ ਬੰਦਾ ਕਹਿ ਰਿਹਾ ਜਿਹੜਾ ਮੈਨੂੰ ਫॉलो नहीं कर रहा वो शिरक कर रहा। आपकी बात बिल्कुल बचा होगी, तब मैं मानता जब आपकी हुकूमत 2 साल की एड़ी चोटी का जोर लगा के भी उसके खिलाफ कोई करप्शन का केस नहीं ला सकी, उसके खिलाफ गढ़ी लेके आई खुद ये जो है ना गाड़ियां BMW जो कि गैर कानूनी है वो जो है ना लेके बैठे हुए हैं, वो उसके खिलाफ इज्जत का केस लेके आए हैं। 2 साल आप कोई करप्शन का केस लाए। सवाल है वे सर जेड़ा कह रहे ने ना कि किन्नू नहीं पता कि वो प्ले बॉय दैट्स ऑल नहीं पता, सब नू पता है ठीक है सर। कुरान पाक से नहीं उनदे च भी ये बहुत जगह ते वेखे अल्लाह ताला फरमांदा है अपने बंदे नू कि मैं जिन्नू जदों चाहां हिदायत दे दियां ਹੁਣ ਸੁਣੋ उनदी जिंदगी उथों शुरू हो जांदी। इस्लाम ये कहता है कि जेड़ा ज़ना करता है वो संसार किया जाएगा, है कि नहीं है? ਉਹ ਜੇ ਤੁਸੀਂ ਇਹ ਕਹੋ ਕਿ ਜਿਹੜਾ ਮਰਜ਼ੀ ਬੰਦਾ ਕਰ ਲਵੇ ਖੁਦਾ ਉਹਨੂੰ ਜਿਸ ਵਕਤ ਚਾਹੇ ਮਾਫ ਕਰ ਦਿੰਦਾ, ਫਿਰ ਤੁਸੀਂ ਕਿਸੇ ਨੂੰ ਸਜ਼ਾ ਕਿਉਂ ਦੇ ਰਹੇ ਹੋ? ਹਦਾਇਤ ਲੈਣ ਦੀ ਗੱਲ प्ले बॉय ਦਾ ਮਤਲਬ ਲਾਜ਼ਮੀ ਨਹੀਂ ਹਦਾਇਤ ਦੀ ਗੱਲ ਉਹ ਬੰਦਾ ਜਿਹੜਾ बॉय ਦਾ ਮਤਲਬ ਹੈ ਜਿਹੜਾ ਇਸਲਾਮ ਦੇ ਅਸੂਲ ਦੇ ਮੁਤਾਬਕ ਹੁਣ ਤੱਕ ਸੰਸਾਰ ਕੀਤਾ ਜਾਣਾ ਚਾਹੀਦਾ ਸੀ, ਉਹ ਬੰਦਾ ਇੱਥੇ ਪਾਕਿਸਤਾਨ ਦੇ ਵਿੱਚ ਰਿਆਸਤ ਮਦੀਨਾ ਦਾ ਝੰਡਾ ਲੈ ਕੇ ਫਿਰਦਾ ਪਿਆ। ਦਾੜੀਆਂ ਰੱਖਣ ਵਾਲੇ 5-5 ਵਕਤ ਦੇ ਨਮਾਜ਼ੀ ਪੜ੍ਹਨ ਵਾਲੇ ਬੱਚਿਆਂ ਨਾਲ ਬਦਵੇਲੀਆਂ ਕਰ ਰਹੇ ਨੇ, ਉਹਨਾਂ ਨੂੰ ਨਹੀਂ ਪਤਾ ਅਸੀਂ ਦੀਨ ਦੱਸਣ ਡਏ ਆ। ਮਲਕ ਸਾਹਿਬ ਮੈਂ ਇਹ ਪੁੱਛਣਾ जी यार भाई, ਜਿਹੜਾ ਬੰਦਾ ਇਸਲਾਮ ਦੇ ਸ਼ਰਨ ਕਾਨੂੰਨ ਦੇ ਮੁਤਾਬਕ ਬਟਾਲਵੀ ਸਾਹਿਬ ਤੁਸੀਂ ਜਿਸ ਬੰਦੇ ਨੂੰ ਸੰਸਾਰ ਕੀਤਾ ਜਾਣਾ ਚਾਹੀਦਾ ਸੀ, वो क्यों ਇਸ ਵਾਸਤੇ ਕਿ ਉਹ ਜ਼ਾਨੀ ਹੈ, जानी ਕਨਫਰਮ ਜ਼ਾਨੀ ਹੈ। ਸੰਸਾਰ ਦੀ ਸ਼ਰਤਾਂ ਪੁੱਛੋ ਕੀ ਹੁੰਦੀਆਂ ਉਹਨੇ ਜਾਨੀ ਤੁਸੀਂ ਉਹਨੂੰ ਕਹਿੰਦੇ ਹੋ ਨਾ ਤੁਸੀਂ ਤੋਮਤ ਲਾਉਂਦੇ ਹੋ ਨਾ, ਉਹ ਐਡਮਿਟਡ ਫੈਕਟ ਹੈ ਕਿ ਨਹੀਂ ਇਕੁਇਟਡ ਕਿਸ ਤਰ੍ਹਾਂ ਸੇ ਉਹਦੀ ਬੱਚੀ ਮੌਜੂਦ ਹੈ, ਉਹਨੇ ਸਰ ਉਹਦੀ ਬੱਚੀ ਕਿਸ ਤਰ੍ਹਾਂ ਮੌਜੂਦ ਹੈ? ਇੱਕ ਜੋਨ ਸੇ ਨਾ ਉਹ ਤਵਾਇਫ ਉਹ ਔਰਤ ਉੱਠ ਕੇ ਚਲੋ ਗੱਲ ਖਤਮ ਹੋ ਗਈ, ਫਿਰ ਅਸੀਂ ਜਦੋਂ ਨਹੀਂ ਮੰਨਣਾ ਤੇ ਫਿਰ ਇਹਦਾ ਮਤਲਬ ਕੁਝ ਕਿਹਾ ਨਹੀਂ ਜਾ ਸਕਦਾ। ਲੇਕਿਨ ਮੈਂ ਸਿਰਫ ਇੱਕੋ ਨਾਈਟ ਗਰਲ ਫਿਰ ਇਹਨੂੰ ਰਿਆਸਤ ਮਦੀਨਾ ਦਾ ਲੰਬਰਦਾਰ ਬਣਾ ਲਵੋ ਤੁਸੀਂ ਉਹਨੂੰ ਸ਼ਰੀਫ ਨੇ ਇਸ ਕੇ ਇਲਾਵਾ ਤਾਂ ਕੋਈ ਇੱਕ ਐਸਪੀ ਦੀ ਬੀਵੀ ਕੋਲੋਂ ਜ਼ਬਰਦਸਤੀ ਗਨ ਪੁਆਇੰਟ ਤੇ ਰੱਖ ਕੇ ਉਹਦੇ ਕੋਲ ਤਲਾਕ ਲੈ ਕੇ ਉਹਦੇ ਨਾਲ ਵਿਆਹ ਕੀਤਾ। ਜਸਟਿਸ ਆਸਫ ਸਈਦ ਖੋਸੇ ਦੀ ਉਹ ਭਰਜਾਈ ਸੀ ਸਰ। ਉਹਨੇ ਰਿਆਸਤ ਮਦੀਨਾ ਦਾ ਤੇ ਨਾਰਾ ਨਹੀਂ ਲਗਾਇਆ ਨਾ, ਉਹਨੇ ਇਹ ਤਾਂ ਨਹੀਂ ਕਿਹਾ ਜਿਹੜਾ ਮੈਨੂੰ ਨਹੀਂ ਮੰਨਦਾ ਉਹ ਸ਼ਿਰਕ ਕਰਦਾ ਹੈ। ਇਹਦਾ ਮਤਲਬ ਮੇਰਾ ਜਿਹੜਾ ਮੁਖਾਲਫ ਹੈ ਉਹ ਸ਼ਿਰਕ ਕਰ ਰਿਹਾ ਹੈ। ਮਤਲਬ ਹੈ ਕਿ ਉਹ ਬੰਦਾ ਜਿਹੜਾ ਨਾ ਰਿਆਸਤ ਮਦੀਨਾ ਦਾ ਨਾਰਾ ਨਾ ਲਾਏ ਤੇ ਉਹਨੂੰ ਇਜਾਜ਼ਤ ਹੈ ਜੋ ਮਰਜ਼ੀ ਕਰਾਂਗੇ। ਮੈਂ ਇਹ ਕਹਿਣਾ ਕਿ ਮਜ਼ਹਬ ਨੂੰ ਐਕਸਪਲੋਇਟ ਕਰਨਾ ਇਹ ਸਿਆਸਤ ਦੀ ਬਦਤਰੀਨ ਸ਼ਕਲ ਹੈ, ਸਿਆਸਤ ਦੀ ਬਦਤਰੀਨ ਸ਼ਕਲ ਹੈ ਕਿ ਤੁਸੀਂ ਮਜ਼ਹਬ ਦੀ ਬੁਨਿਆਦ ਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ। ਤੁਹਾਡੇ ਜੈਸੇ ਜਿਹੜੇ ਬੜੇ ਮਤਲਬ ਮੈਂ ਕਹਾਂਗਾ ਕਿ ਪੜ੍ਹੇ ਲਿਖੇ ਲੋਕ ਨੇ, ਅਗਰ ਉਹ ਮੁਤਾਸਰ ਹੋ ਸਕਦੇ ਨੇ ਤੇ ਬਾਕੀ ਲੋਕਾਂ ਦਾ ਕੀ ਹਾਲ ਹੈ? आपने राइट फ्रॉम द हिस्ट्री आप इस दुनिया ने बहुत कोशिश की जो है ना सेकुलर स्टेट्स कायम करने की, जो कि नहीं चल सकी। नहीं ਹੁਣ ਤੇ ਇੰਡੀਆ ਨੇ ਵੀ ਕਹਤਾ ਹੈ ਜਿਹੜੀ 52 ਸੈਕੂਲਰ ਡਿਕਲੇਅਰ ਕੀਤੀ ਸੀ ਹੁਣ ਚੇਂਜ ਕਰ ਰਹੇ ਨੇ ਨਵੇਂ ਇਲੈਕਸ਼ਨ ਚ। हाँ जी, कहते हैं बकवास खत्म करो। वो भी अब हिंदुत्व की तरफ वापस आ रहे हैं। ਉਹ ਬਈ ਉਹ ਵਾਪਸ ਆਣਗੇ ਤੇ ਅਸੀਂ ਮੰਨ ਲਵਾਂਗੇ, ਲੇਕਿਨ ਅਜੇ ਉਹ ਤੁਸੀਂ ਮੰਨੋਗੇ, ਅਸੀਂ ਕੋਈ ਨਹੀਂ ਮੰਨਣਾ ਜੇ। ਚਲੋ